ਹੈਲੋ ਸਟੂਡੈਂਟਸ, ਵੈਲਕਮ ਟੂ ਸੁਨੀਤਾ ਸਟੱਡੀ ਸੈਂਟਰ। ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਅਸੀਂ 9ਵੀਂ ਕਲਾਸ ਦੇ ਸਿਲੇਬਸ ਵਿੱਚ ਲੱਗਿਆ ਹੋਇਆ ਲੇਖ ਬੇਬੇ ਜੀ ਕਰਾਂਗੇ। ਬੇਬੇ ਜੀ ਲੇਖ ਜਿਹੜਾ ਹੈ ਹਰਪਾਲ ਸਿੰਘ ਪੁੰਨੂ ਜੀ ਦੁਆਰਾ ਲਿਖਿਆ ਹੋਇਆ ਹੈ। ਇਸ ਲੇਖ ਨੂੰ ਸੰਸਮਰਨ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਲੇਖਕ ਦੀਆਂ ਆਪਣੀ ਮਾਤਾ ਦੇ ਨਾਲ ਜੋ ਯਾਦਾਂ ਹਨ ਉਹਨਾਂ ਯਾਦਾਂ ਨੂੰ ਜਿਹੜਾ ਹੈ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਉਸੇ ਤਰ੍ਹਾਂ ਹੀ ਇਸ ਨੂੰ ਰੇਖਾ ਚਿੱਤਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸਨੇ ਸ਼ਬਦਾਂ ਦੇ ਨਾਲ ਆਪਣੀ ਮਾਤਾ ਦਾ ਜਿਹੜਾ ਚਿੱਤਰ ਖਿੱਚਿਆ, ਇੱਕ ਉਹਨਾਂ ਦੀ ਸ਼ਖਸੀਅਤ ਦਾ ਚਿੱਤਰ ਖਿੱਚਿਆ ਹੈ, ਇਸ ਲਈ ਇਹ ਰੇਖਾ ਚਿੱਤਰ ਦੇ ਵਿੱਚ ਵੀ ਆ ਸਕਦਾ ਹੈ। ਸੋ ਹਰਪਾਲ ਸਿੰਘ ਪੁੰਨੂ ਜੀ ਦਾ ਜਨਮ ਜਿਹੜਾ ਹੈ ਉਹ 20 ਜੂਨ 1953 ਦੇ ਵਿੱਚ ਪਿੰਡ ਘੱਗਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਰਣ ਸਿੰਘ ਅਤੇ ਮਾਤਾ ਜੀ ਦਾ ਨਾਂ ਰਾਏ ਕੌਰ ਸੀ। ਡਾਕਟਰ ਹਰਪਾਲ ਸਿੰਘ ਪੁੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਅਤੇ ਬਤੌਰ ਪ੍ਰੋਫੈਸਰ ਕਾਰਜਸ਼ੀਲ ਹਨ। ਉਹ UGC ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ। ਸੋ ਇਸ ਲੇਖ ਦੇ ਵਿੱਚ ਲੇਖਕ ਆਪਣੀ ਬੇਬੇ ਜੀ ਦੀ ਸਮੁੱਚੀ ਸ਼ਖਸੀਅਤ ਨੂੰ ਸਾਡੇ ਸਾਹਮਣੇ ਸ਼ਬਦਾਂ ਦੇ ਰਾਹੀਂ ਪੇਸ਼ ਕਰਦਾ ਹੈ। ਲੇਖਕ ਦੱਸਦਾ ਹੈ ਕਿ ਮੈਨੂੰ 3-4 ਸਾਲ ਦਾ ਸੀ ਜਦੋਂ ਮੈਨੂੰ ਆਪਣਾ ਬਚਪਨ ਯਾਦ ਹੈ ਕਿ ਮੈਂ ਮੇਰੀ ਮਾਂ ਜਦੋਂ ਪਾਣੀ ਭਰਨ ਜਾਂਦੀ ਹੁੰਦੀ ਸੀ ਤਾਂ ਮੈਂ ਵੀ ਛੋਟਾ ਜਿਹਾ ਉਹਦੇ ਨਾਲ ਉਹਦੇ ਜੈਂਪਰ ਦੀ ਕੰਨੀ ਜੀ ਫੜ ਕੇ ਤਾਂ ਨਾਲ ਤੁਰਿਆ ਹੁੰਦਾ ਸੀ ਅਤੇ ਕਈ ਵਾਰੀ ਮੈਂ ਵੀ ਡਿੱਗਣ ਲੱਗਦਾ ਅਤੇ ਮੇਰੀ ਮਾਂ ਵੀ ਡਿੱਗਣ ਲੱਗ ਪੈਂਦੀ ਸੀ। ਉਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਜਿਹੜੇ ਮੇਰੀ ਮਾਂ ਦੇ ਮਾਪੇ ਸੀਗੇ ਨਾ, ਉਹ ਬੜੇ ਮਤਲਬ ਕਿ ਜ਼ਿਮੀਂਦਾਰ ਸੀਗੇ, ਅਮੀਰ ਸੀਗੇ, ਪਰ ਜਿਹੜੇ ਅਸੀਂ ਮਾਂ ਦੇ ਜਿਹੜੇ ਸਹੁਰੇ ਸੀਗੇ ਉਹ ਗਰੀਬ ਸੀਗੇ। ਪਰ ਮਾਂ ਜਿਹੜੀ ਹੈ ਬੜੀ ਸਾਡੀ ਸੰਤੋਖੀ ਸੀ। ਉਹਨੇ ਕਦੀ ਵੀ ਸਾਨੂੰ ਮਤਲਬ ਗਰੀਬੀ ਦੇ ਵਿੱਚ ਵੀ ਸਾਨੂੰ ਇੱਕ ਹੱਲਾਸ਼ੇਰੀ, ਉੱਦਮ ਅਤੇ ਸਾਨੂੰ ਮਤਲਬ ਕਿ ਸੰਸਕਾਰ ਜਿਹੜੇ ਆ ਭਰਪੂਰ, ਉਹਦੇ ਨਾਲ ਸਾਨੂੰ ਭਰਪੂਰ ਕੀਤਾ ਹਮੇਸ਼ਾ। ਕਈ ਵਾਰੀ ਪੈਸੇ ਦੀ ਕਹਿੰਦਾ ਕਮੀ ਹੁੰਦੀ ਨਾ, ਅਤੇ ਮੇਰੀ ਮਾਂ ਮੈਨੂੰ ਮਾਮਿਆਂ ਦੇ ਭੇਜ ਦਿੰਦੀ ਕਿ ਕਈ ਵਾਰੀ ਫੀਸ ਦੇਣੀ ਹੁੰਦੀ ਕਾਲਜ ਦੀ ਜਾਂ ਕੋਈ ਵੀ ਕੰਮ ਆ ਜਾਂਦਾ ਜਿਹਦੇ 'ਚ ਪੈਸੇ ਦੀ ਲੋੜ ਪੈਂਦੀ ਤਾਂ ਮੇਰੀ ਮਾਂ ਝੱਟ ਮੈਨੂੰ ਮਾਮਿਆਂ ਦੇ ਭੇਜ ਦਿੰਦੀ ਕਿ ਉੱਥੋਂ ਤੈਨੂੰ ਮਿਲ ਜਾਣਗੇ। ਮੇਰੀ ਮਾਂ ਆਪਣੀ ਭਰਜਾਈ ਗੁਰਦਿਆਲ ਕੌਰ ਦੀ ਬੜੀ ਸਿਫਤ ਕਰਦੀ ਹੈ ਕਿ ਉਹ ਬੜੀ ਜ਼ਿਆਦਾ ਸੋਹਣੀ ਸੀ ਅਤੇ ਉਹ ਨਨਾਣ ਭਰਜਾਈ ਦੇ ਰਿਸ਼ਤੇ ਨਾਲੋਂ ਜ਼ਿਆਦਾ ਆਪਣੀ ਭਰਜਾਈ ਦੇ ਨਾਲ ਸਹੇਲੀ ਦੀ ਤਰ੍ਹਾਂ ਜ਼ਿਆਦਾ ਰਹਿੰਦੀ ਹੁੰਦੀ ਸੀ। ਇਸ ਤੋਂ ਬਾਅਦ ਲੇਖਕ ਦੱਸਦਾ ਹੈ ਕਿ ਜਿਹੜਾ ਮੇਰੀ ਬੇਬੇ ਦੀ ਭਾਸ਼ਾ, ਮੈਨੂੰ ਇੱਦਾਂ ਲੱਗਦਾ ਕਿ ਬੇਬੇ ਜਿੱਦਾਂ ਨਾ ਸਾਡੀ ਭਾਸ਼ਾ ਦੀ ਇੱਕ ਟਕਸਾਲ ਹੁੰਦੀ ਹੋਵੇ, ਕਿ ਉਹ ਬੜੇ ਉਪਮਾ ਅਲੰਕਾਰ ਵਾਂਗੂ ਬੜੇ ਵਰਤਦੇ ਹੁੰਦੇ ਸੀਗੇ। ਉਪਮਾ ਅਲੰਕਾਰ ਕਿ ਜਿੱਦਾਂ ਪੁਰਾਣੇ ਸਮਿਆਂ ਦੇ ਲੋਕ ਬੜੇ ਜ਼ਿਆਦਾ ਅਖਾਣਾਂ ਮੁਹਾਵਰੇ ਵਰਤ ਕੇ ਗੱਲ ਨੂੰ ਕਰਦੇ ਆ ਔਰ ਉਹ ਰੋਚਕ ਵੀ ਗੱਲ ਹੋ ਜਾਂਦੀ ਹੈ ਔਰ ਉਹਦਾ ਅਰਥ ਵੀ ਜਿਹੜਾ ਹੈ ਬੜਾ ਡੂੰਘਾ ਜਿਹਾ ਨਿਕਲਦਾ। ਸੋ ਕਈ ਵਾਰੀ ਲੇਖਕ ਕਹਿੰਦਾ ਹੈ ਕਿ ਅਸੀਂ ਮਤਲਬ ਕਿ ਕੋਈ ਔਖਾ ਕੰਮ ਕਰਨਾ ਹੁੰਦਾ ਨਾ ਤਾਂ ਅਸੀਂ ਮੂੰਹ ਬਣਾ ਕੇ ਇੱਦਾਂ ਹੀ ਬੈਠੇ ਹੋਣਾ, ਤਾਂ ਮੇਰੀ ਮਾਂ ਨੇ ਸਾਨੂੰ ਇੰਨੀ ਜ਼ਿਆਦਾ ਹੱਲਾਸ਼ੇਰੀ ਦੇਣੀ, ਇੰਨੀਆਂ ਜ਼ਿਆਦਾ ਉਦਾਹਰਨਾਂ ਦੇਣੀਆਂ ਕਿ ਸਾਡੇ ਅੰਦਰ ਉਹ ਜਿਹੜਾ ਜੋਖਮ ਭਰਿਆ ਕੰਮ ਕਰਨ ਦੇ ਲਈ ਵੀ ਸਾਡੇ 'ਚ ਇੰਨੀ ਜ਼ਿਆਦਾ ਹਿੰਮਤ, ਹੱਲਾਸ਼ੇਰੀ ਆ ਜਾਂਦੀ ਸੀ ਕਿ ਅਸੀਂ ਉਸ ਕੰਮ ਨੂੰ ਵੀ ਨੇਪਰੇ ਚਾੜ ਦਿੰਦੇ ਹੁੰਦੇ ਸੀਗੇ। ਉਸ ਤੋਂ ਬਾਅਦ ਲੇਖਕ ਕਹਿੰਦਾ ਹੈ ਕਿ ਮੇਰੀ ਬੇਬੇ ਕਹਿੰਦੀ ਹੈ ਕਿ ਮੈਂ ਤਾਂ ਜਿੰਦਰਾ ਹਾਂ ਅਤੇ ਤੁਸੀਂ ਸਾਰੇ ਜਿਹੜੇ ਮੇਰੇ ਬੱਚੇ ਹੋ ਉਹ ਚਾਬੀਆਂ ਹੋ, ਅਤੇ ਇਹ ਜਿੰਦਰਾ ਤੁਹਾਡੇ ਆਉਣ ਨਾਲ ਹੀ ਖੁੱਲ੍ਹਦਾ ਹੈ, ਤਾਂ ਹੀ ਮੈਨੂੰ ਰੌਣਕਾਂ ਮਹਿਸੂਸ ਹੁੰਦੀਆਂ ਜਿਲੇ ਤੁਸੀਂ ਮੇਰੇ ਕੋਲ ਹੁੰਦੇ ਹੋ। ਫਿਰ ਲੇਖਕ ਦੱਸਦਾ ਹੈ ਕਿ ਜਿਹੜੀ ਮੇਰੀ ਬੇਬੇ ਸੀ ਉਹ ਆਪਣੇ ਛੋਟੇ ਭਰਾ ਦੇ, ਜਿਹੜਾ ਮੇਰਾ ਛੋਟਾ ਭਰਾ ਸੀ ਉਹਦੇ ਕੋਲ ਹੀ ਰਹਿੰਦੀ ਹੁੰਦੀ ਸੀ, ਉਹਦੇ ਘਰ ਵਿੱਚ ਰਹਿੰਦੀ ਹੁੰਦੀ ਸੀ, ਅਤੇ ਜਦੋਂ ਅਸੀਂ ਸਾਰੇ ਇਕੱਠੇ ਹੁੰਦੇ ਤਾਂ ਅਸੀਂ ਬੇਬੇ ਕੋਲ ਜਾ ਕੇ ਉੱਥੇ ਬੈਠਦੇ ਹੁੰਦੇ ਸੀ। ਤਾਂ ਭਰਾ ਮੇਰਾ ਕਹਿੰਦਾ ਹੁੰਦਾ ਸੀ ਜੇ ਕੱਲ੍ਹ ਨੂੰ ਬੇਬੇ ਨਾ ਰਹੀ ਤਾਂ ਵੀ ਸਾਰੇ ਜਣੇ ਇੱਦਾਂ ਹੀ ਮੈਨੂੰ ਇੱਥੇ ਇਸ ਘਰ ਵਿੱਚ ਆਇਆ ਕਰਨਗੇ। ਉਸ ਤੋਂ ਬਾਅਦ ਲੇਖਕ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਆਪਣੀ ਮਾਤਾ ਦੀਆਂ ਦੱਸਦੀਆਂ, ਆਪਣੀ ਬੇਬੇ ਦੀਆਂ ਬਹੁਤ ਸਾਰੀਆਂ ਯਾਦਾਂ ਨੂੰ ਇਸ ਪਾਠ ਦੇ ਵਿੱਚ ਸਾਂਝੇ ਕਰਦਾ ਹੈ।
ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਬੇਬੇ ਜਿਹੜੀ ਹੈ ਉਸ ਦੀਆਂ ਯਾਦਾਂ ਵਿੱਚ ਰਹਿੰਦੀ ਹੈ, ਕਿਉਂਕਿ ਹੁਣ ਲੇਖਕ ਇਹ ਵੀ ਦੱਸਦਾ ਹੈ ਕਿ ਉਸ ਦੀ ਡੈਥ ਹੋ ਚੁੱਕੀ ਹੈ, ਪਰ ਉਸ ਤੋਂ ਬਾਅਦ ਵੀ ਉਹ ਉਹਦੀਆਂ ਯਾਦਾਂ ਵਿੱਚ ਰਹਿੰਦੀ ਹੈ। ਅੰਤਲੀਆਂ ਲਾਈਨਾਂ ਵਿੱਚ ਉਹ ਲਿਖਦਾ ਹੈ ਕਿ ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਬਛੜੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ, ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ, ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਇਸ ਤਰ੍ਹਾਂ ਇਹ ਲੇਖ ਦਾ ਅੰਤ ਹੋ ਜਾਂਦਾ ਹੈ। ਫਿਰ ਹੁਣ ਅਸੀਂ ਇਸ ਪਾਠ ਵਿੱਚ ਦੇ ਆਏ ਪ੍ਰਸ਼ਨ ਉੱਤਰ ਕਰਾਂਗੇ। ਪ੍ਰਸ਼ਨ 1, ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਬੇਬੇ ਦੇ ਹੁੰਦਿਆਂ ਲੇਖਕ ਨੂੰ ਘਰ ਤਿਉਹਾਰ ਵਰਗਾ ਲੱਗਦਾ ਸੀ? ਬੇਬੇ ਦੇ ਹੁੰਦਿਆਂ ਲੇਖਕ ਨੂੰ ਘਰ ਤਿਉਹਾਰ ਵਰਗਾ ਲੱਗਦਾ ਸੀ। ਉਹ ਪੜ੍ਹਦੇ, ਨਹਿਰ ਵਿੱਚ ਛਾਲਾਂ ਮਾਰਦੇ, ਡੰਗਰ ਚਾਰਦੇ, ਭਾਵ ਹਰ ਕੰਮ ਖੁਸ਼ੀ-ਖੁਸ਼ੀ ਕਰਦੇ। ਪਰੰਤੂ ਜਦੋਂ ਬੇਬੇ ਕਿਸੇ ਰਿਸ਼ਤੇਦਾਰੀ ਵਿੱਚ ਗਈ ਹੁੰਦੀ ਤਾਂ ਘਰ ਉਸ ਨੂੰ ਸੁੰਨਾ ਜਿਹਾ ਲੱਗਦਾ। ਪ੍ਰਸ਼ਨ 2, ਲੇਖਕ ਦੇ ਪਰਿਵਾਰ ਦੀ ਮਾਲੀ ਹਾਲਤ ਕਿਹੋ ਜਿਹੀ ਸੀ ਤੇ ਉਸ ਦੀ ਕੌਣ ਮਦਦ ਕਰਦਾ ਸੀ? ਲੇਖਕ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਚੰਗੀ ਨਹੀਂ ਸੀ। ਜਦੋਂ ਕਿਤੇ ਪੈਸਿਆਂ ਦੀ ਤੰਗੀ ਆਉਂਦੀ, ਬੇਬੇ ਆਪਣੇ ਮਾਇਕੇ ਘਰ ਚਲੀ ਜਾਂਦੀ ਤੇ ਉਹ ਪਰਿਵਾਰ ਦੀ ਮਦਦ ਕਰਦੇ ਕਿਉਂਕਿ ਬੇਬੇ ਦੇ ਮਾਇਕੇ ਚੰਗੇ ਰੱਜੇ ਪੁੱਜੇ ਸਨ। ਪ੍ਰਸ਼ਨ 3, ਜਦੋਂ ਲੇਖਕ ਪਟਿਆਲੇ ਪੜ੍ਹਨ ਜਾਂ ਨਾਨਕੇ ਜਾਂਦਾ ਤਾਂ ਬੇਬੇ 'ਤੇ ਕੀ ਅਸਰ ਹੁੰਦਾ? ਜਦੋਂ ਲੇਖਕ ਪਟਿਆਲੇ ਪੜ੍ਹਨ ਜਾਂ ਨਾਨਕੇ ਜਾਂਦਾ ਤਾਂ ਬੇਬੇ ਰੋਣ ਲੱਗ ਜਾਂਦੀ। ਲੇਖਕ ਹੱਸ ਕੇ ਆਖਦਾ ਕਿ ਉਹ ਕਿਹੜਾ ਸਰਹੱਦ 'ਤੇ ਲੜਨ ਚੱਲਿਆ ਹੈ ਤਾਂ ਬੇਬੇ ਕਹਿੰਦੀ ਕਿ ਬੱਚੇ ਜਦੋਂ ਮਾਪਿਆਂ ਦੀਆਂ ਅੱਖਾਂ ਤੋਂ ਓਹਲੇ ਹੋ ਜਾਂਦੇ ਹਨ ਤਾਂ ਮਹਿਸੂਸ ਹੁੰਦਾ ਹੀ ਹੈ। ਪ੍ਰਸ਼ਨ 4, ਬੇਬੇ ਲੇਖਕ ਦੀ ਮਾਮੀ ਬਾਰੇ ਕੀ ਦੱਸਦੀ ਸੀ? ਬੇਬੇ ਲੇਖਕ ਦੀ ਮਾਮੀ ਗੁਰਦਿਆਲ ਕੌਰ ਬਾਰੇ ਦੱਸਦੀ ਹੈ ਕਿ ਉਹ ਬੜੀ ਗੋਰੀ ਸੀ। ਉਹ ਉਸ ਨੂੰ ਭਰਜਾਈ ਨਹੀਂ ਸਹੇਲੀ ਸਮਝਦੀ ਸੀ। ਜਦੋਂ ਬੇਬੇ ਉਸ ਨੂੰ ਆਖਦੀ ਕਿ ਉਹ ਉਸ ਦੇ ਪਰਿਵਾਰ ਦਾ ਖਿਆਲ ਰੱਖੇ ਤਾਂ ਉਹ ਆਖਦੀ ਹੈ ਕਿ ਉਸ ਦਾ ਹੀ ਘਰ ਹੈ, ਇਸ 'ਤੇ ਉਸ ਦਾ ਬਰਾਬਰ ਦਾ ਹੱਕ ਹੈ। ਪ੍ਰਸ਼ਨ 5, ਬੇਬੇ ਕੁਝ ਮਹੀਨਿਆਂ ਬਾਰੇ ਕੀ ਦੱਸਦੀ ਹੈ? ਉੱਤਰ, ਬੇਬੇ ਆਖਦੀ ਹੈ ਜਦੋਂ ਫਸਲਾਂ ਪੱਕਣ ਤੇ ਬੱਦਲ ਚੜ੍ਹ ਆਉਂਦੇ ਹਨ ਤਾਂ ਇਹ ਵਿਸਾਖ ਦਾ ਮਹੀਨਾ, ਸਾਉਣ ਦਾ ਮਹੀਨਾ ਲੱਗਣ ਲੱਗਦਾ ਹੈ। ਜੇਠ ਤੇ ਹਾੜ ਦੇ ਮਹੀਨੇ ਖੇ ਉਡਾਊ ਹਨ। ਭਾਦੋਂ ਤੇ ਅੱਸੂ ਰੌਲਾ ਪਾਉਣ ਵਾਲੇ ਹਨ। ਇਸ ਕਰਕੇ ਸਾਉਣ ਮਹੀਨੇ ਦੀ ਸਭ ਤੋਂ ਜ਼ਿਆਦਾ ਕਦਰ ਹੈ। ਪ੍ਰਸ਼ਨ 6, ਜਦੋਂ ਕੋਈ ਗੁਆਂਢੀ ਆਪਣੀ ਜਨਾਨੀ ਨੂੰ ਕੁੱਟਦਾ ਤਾਂ ਬੇਬੇ ਕੀ ਕਹਿੰਦੀ? ਜਦੋਂ ਕੋਈ ਗੁਆਂਢੀ ਆਪਣੀ ਜਨਾਨੀ ਨੂੰ ਮਾਰਦਾ ਕੁੱਟਦਾ ਤਾਂ ਬੇਬੇ ਉਸਦੇ ਘਰ ਜਾ ਕੇ ਉਸਦੀ ਚੰਗੀ ਝਾੜ ਝੰਬ ਕਰਦੀ, ਪਰੰਤੂ ਕਿਸੇ ਦੀ ਬੇਬੇ ਅੱਗੇ ਬੋਲਣ ਦੀ ਜੁਰਤ ਨਾ ਪੈਂਦੀ, ਸਭ ਚੁੱਪ ਕਰ ਜਾਂਦੇ। ਪ੍ਰਸ਼ਨ 7, ਬੇਬੇ ਆਪਣੇ ਆਪ ਨੂੰ ਘਰ ਦਾ ਜਿੰਦਰਾ ਕਿਉਂ ਸਮਝਦੀ ਹੈ? ਬੇਬੇ ਆਪਣੇ ਆਪ ਨੂੰ ਘਰ ਦਾ ਜਿੰਦਰਾ ਇਸ ਕਰਕੇ ਸਮਝਦੀ ਹੈ ਕਿਉਂਕਿ ਉਸਦੇ ਹੁੰਦਿਆਂ ਘਰ ਖੁੱਲ੍ਹਾ ਨਜ਼ਰ ਆਉਂਦਾ ਹੈ। ਜਿਸ ਦਿਨ ਉਹ ਮਰ ਗਈ ਉਸ ਨੂੰ ਤਾਲਾ ਲੱਗ ਜਾਵੇਗਾ, ਪਰੰਤੂ ਇਹ ਤਾਲਾ ਬੱਚਿਆਂ ਦੇ ਆਉਣ ਨਾਲ ਖੁੱਲ੍ਹਦਾ ਹੈ, ਭਾਵ ਬੱਚਿਆਂ ਦੇ ਆਉਣ ਨਾਲ ਘਰ ਵਿੱਚ ਰੌਣਕ ਆ ਜਾਂਦੀ ਹੈ। ਪ੍ਰਸ਼ਨ 8, ਬੇਬੇ ਕਿਹੋ ਜਿਹੇ ਲੋਕਾਂ ਨੂੰ ਪਾਪੀ ਕਹਿੰਦੀ ਹੈ? ਬੇਬੇ ਉਹਨਾਂ ਲੋਕਾਂ ਨੂੰ ਪਾਪੀ ਕਹਿੰਦੀ ਹੈ ਜੋ ਮੋਰਾਂ, ਮੁਰਗਾਬੀਆਂ, ਕੂੰਜਾਂ ਨੂੰ ਮਾਰ ਕੇ ਖਾ ਜਾਂਦੇ ਹਨ। ਉਹ ਕਹਿੰਦੀ ਹੈ ਕਿ ਜੇ ਉਹਨਾਂ ਨੂੰ ਮੁਰਦੇ ਖਾਣ ਦਾ ਇੰਨਾ ਹੀ ਸ਼ੌਂਕ ਹੈ, ਉਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਚਲੇ ਜਾਂਦੇ? ਪ੍ਰਸ਼ਨ 9, ਬੇਬੇ ਵਿੱਚ ਕਿਸ ਚੀਜ਼ ਦੀ ਘਾਟ ਆ ਗਈ ਹੈ? ਉਸ ਦਾ ਕੀ ਅਸਰ ਹੋਇਆ ਹੈ? ਬੇਬੇ ਨੂੰ ਉਮਰ ਹੋਣ 'ਤੇ ਕੰਨਾਂ ਤੋਂ ਘੱਟ ਸੁਣਾਈ ਦਿੰਦਾ ਹੈ ਤੇ ਅੱਖਾਂ ਤੋਂ ਘੱਟ ਨਜ਼ਰ ਆਉਂਦਾ ਹੈ। ਇਸ ਕਰਕੇ ਉਹ ਲੇਖਕ ਹੋਰਾਂ ਨੂੰ ਦੇਖ ਕੇ ਕਦੀ ਖੁਸ਼ ਵੀ ਹੋ ਜਾਂਦੀ ਹੈ ਤੇ ਕਦੀ ਉਦਾਸ। ਬੇਬੇ ਕਹਿੰਦੀ ਹੈ ਕਿ ਉਹ ਉਹਨਾਂ ਦੇ ਚਿਹਰੇ ਪੜ੍ਹ ਕੇ ਅੰਦਾਜ਼ਾ ਲਗਾ ਲੈਂਦੀ ਹੈ ਕਿ ਉਹ ਸੁਖੀ ਹਨ ਕਿ ਦੁਖੀ। ਪ੍ਰਸ਼ਨ 10, ਬੇਬੇ ਆਪਣੇ ਆਪ ਨੂੰ ਭੈਣ ਭਰਾਵਾਂ ਰਿਸ਼ਤੇਦਾਰਾਂ ਦੀ ਰਾਜਧਾਨੀ ਕਿਉਂ ਕਹਿੰਦੀ ਹੈ? ਬੇਬੇ ਆਪਣੇ ਆਪ ਨੂੰ ਭੈਣ ਭਰਾਵਾਂ ਰਿਸ਼ਤੇਦਾਰਾਂ ਦੀ ਰਾਜਧਾਨੀ ਇਸ ਕਰਕੇ ਕਹਿੰਦੀ ਹੈ ਕਿ ਜਿੰਨੀ ਦੇਰ ਉਹ ਜਿਉਂਦੀ ਹੈ ਸਾਰੇ ਉਸ ਨੂੰ ਮਿਲਣ ਆਉਂਦੇ ਹਨ, ਪਰੰਤੂ ਜਿਸ ਦਿਨ ਉਹ ਮਰ ਗਈ ਇਹ ਰਾਜਧਾਨੀ ਵੀ ਟੁੱਟ ਜਾਵੇਗੀ। ਬਾਕੀ ਉਹ ਬੱਚਿਆਂ ਦੇ ਤਰੱਕੀ ਕਰਨ 'ਤੇ ਖੁਸ਼ ਹੈ। ਉਹ ਕਹਿੰਦੀ ਹੈ ਕਿ ਜਿੱਥੇ ਵੀ ਕੋਈ ਰਹੇ ਖੁਸ਼ ਰਹੇ।
ਸੋ ਉਮੀਦ ਹੈ ਕਿ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।